गुड मॉर्निंग प्यारे बच्चों। मैं हरीश कुमार, साइंस मास्टर, सरकारी सीनियर सैकेंडरी स्कूल चन्नो संगरूर तो। प्यारे बच्चों, अज मैं तुहानू 8वीं क्लास का पहला लैसन फसल उत्पादन ਅਤੇ प्रबंधन क्रॉप प्रोडक्शन एंड मैनेजमेंट ये पढ़ाउण जा रहा हाँ। ਆਪਾਂ ਇਸ ਦੇ ਵਿੱਚ ਪੜ੍ਹਨ ਜਾ ਰਹੇ ਹਾਂ ਕਿ ਫਸਲ ਕਿਵੇਂ ਪੈਦਾ ਹੁੰਦੀ ਹੈ ਤੇ ਉਸ ਦੇ ਲਈ ਆਪਾਂ ਨੂੰ ਕੀ ਪ੍ਰਬੰਧ ਕਰਨੇ ਪੈਂਦੇ ਹਨ। ਆਓ ਪਿਆਰੇ ਬੱਚਿਓ, ਆਪਾਂ ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਜਾਣਕਾਰੀ ਲਵਾਂਗੇ ਕਿ ਫਸਲ ਕਿਸ ਨੂੰ ਕਹਿੰਦੇ ਹਨ। ਵਾਟ ਇਜ਼ ਕ੍ਰੌਪ। ਪਿਆਰੇ ਬੱਚਿਓ, ਤੁਸੀਂ ਦੇਖਦੇ ਹੋ ਕਿ ਆਪਾਂ ਖੇਤਾਂ ਦੇ ਵਿੱਚ ਜਦੋਂ ਵੀ ਜਾਂਦੇ ਹਾਂ ਤਾਂ ਉੱਥੇ ਇੱਕੋ ਨਾਲ ਦੇ ਹੀ ਸਾਰੇ ਪੌਦੇ ਉੱਗੇ ਹੁੰਦੇ ਹਨ। ਜਦੋਂ ਆਪਾਂ ਕਿਸੇ ਗੰਨੇ ਦੀ ਫਸਲ ਜਿੱਥੇ ਉੱਗੀ ਹੁੰਦੀ ਹੈ ਤਾਂ ਦੇਖਦੇ ਹਾਂ ਕਿ ਉੱਥੇ ਸਾਰੇ ਹੀ ਗੰਨੇ ਦੇ ਹੀ ਪੌਦੇ ਉੱਗੇ ਹੁੰਦੇ ਹਨ। ਕਣਕ ਦੀ ਫਸਲ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਸਾਰੇ ਕਣਕ ਦੇ ਹੀ ਪੌਦੇ ਉੱਗੇ ਹੁੰਦੇ ਹਨ। ਤਾਂ ਪਿਆਰੇ ਬੱਚਿਓ, ਜਿੱਥੇ ਇੱਕ ਜਗ੍ਹਾ ਤੇ ਹੀ ਇੱਕੋ ਪ੍ਰਜਾਤੀ ਦੇ ਸਾਰੇ ਪੌਦੇ ਉੱਗੇ ਹੁੰਦੇ ਹਨ ਉਸ ਨੂੰ ਕ੍ਰੌਪ ਯਾਨੀ ਫਸਲ ਕਿਹਾ ਜਾਂਦਾ ਹੈ। ਫਸਲ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਉਗਾਈ ਜਾਂਦੀ ਹੈ ਕਿਉਂਕਿ ਜੋ ਫਸਲਾਂ ਹੁੰਦੀਆਂ ਹਨ ਉਹ ਅਲੱਗ-ਅਲੱਗ ਤਾਪਮਾਨ ਤੇ ਅਲੱਗ-ਅਲੱਗ ਮੋਇਸਚਰ ਤੇ ਉਹਨਾਂ ਨੂੰ ਕਿੰਨਾ ਪਾਣੀ ਦੀ ਲੋੜ ਹੈ ਉਸ ਦੇ ਅਕੋਰਡਿੰਗ ਉਗਾਈ ਜਾਂਦੀ ਹੈ। ਪਰ ਪਿਆਰੇ ਬੱਚਿਓ, ਭਾਰਤ ਵਿੱਚ ਜੋ ਫਸਲ ਨੂੰ ਆਪਾਂ ਵੰਡਿਆ ਹੋਇਆ ਹੈ ਉਹ ਦੋ ਹਿੱਸਿਆਂ ਵਿੱਚ ਇਸ ਤਰ੍ਹਾਂ ਵੰਡਿਆ ਹੁੰਦਾ ਹੈ ਕਿ ਇੱਕ ਤਾਂ ਕਹਿਲਾਉਂਦੀਆਂ ਹਨ ਖਰੀਫ ਕ੍ਰੌਪਸ ਯਾਨੀ ਖਰੀਫ ਦੀਆਂ ਫਸਲਾਂ ਤੇ ਦੂਜਾ ਹੈ ਰੱਬੀ ਕ੍ਰੌਪਸ ਯਾਨੀ ਰੱਬੀ ਦੀਆਂ ਫਸਲਾਂ। ਖਰੀਫ ਕ੍ਰੌਪਸ ਕਿਹੜੀਆਂ ਹੁੰਦੀਆਂ ਹਨ? ਜਿਵੇਂ ਤੁਸੀਂ ਦੇਖ ਰਹੇ ਹੋ ਰਾਈਸ, ਮੇਜ਼, ਕੋਟਨ ਐਟਸੈਟਰਾ। ਪਿਆਰੇ ਬੱਚਿਓ, ਇਹ ਉਹ ਫਸਲਾਂ ਹਨ ਜਿਹੜੀਆਂ ਵਰਖਾ ਰੁੱਤ ਦੇ ਵਿੱਚ ਉਗਾਈਆਂ ਜਾਂਦੀਆਂ ਹਨ। ਇਹ ਜ਼ਿਆਦਾਤਰ ਜੂਨ ਤੋਂ ਸਤੰਬਰ ਮਹੀਨੇ ਦੇ ਵਿੱਚ ਉਗਾਈਆਂ ਜਾਂਦੀਆਂ ਹਨ ਕਿਉਂਕਿ ਇਹਨਾਂ ਫਸਲਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਇਸ ਲਈ ਇਹ ਵਰਖਾ ਰੁੱਤ ਵਿੱਚ ਹੀ ਉਗਾਈਆਂ ਜਾਂਦੀਆਂ ਹਨ। ਪਰ ਜੋ ਰੱਬੀ ਕ੍ਰੌਪਸ ਹਨ ਜਿਵੇਂ ਕਿ ਵੀਟ, ਆਪਣੀ ਕਣਕ, ਪੀਸ, ਮਸਟਰਡ ਯਾਨੀ ਕਿ ਛੋਲੇ, ਸਰੋਂ, ਇਹ ਰੱਬੀ ਕ੍ਰੌਪਸ ਹਨ। ਇਹ ਸਰਦੀ ਰੁੱਤ ਵਿੱਚ ਹੀ ਉਗਾਈਆਂ ਜਾਂਦੀਆਂ ਹਨ। ਇਹਨਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ, ਇਸ ਲਈ ਇਹਨਾਂ ਨੂੰ ਵਰਖਾ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਇਹ ਅਕਤੂਬਰ ਤੋਂ ਮਾਰਚ ਮਹੀਨੇ ਦੇ ਵਿੱਚ ਉਗਾਈਆਂ ਜਾਂਦੀਆਂ ਹਨ। ਤੇ ਆਓ ਆਪਾਂ ਅੱਗੇ ਦੇਖੀਏ। ਹੁਣ ਪਿਆਰੇ ਬੱਚਿਓ, ਹੁਣ ਆਪਣਾ ਜੋ ਟੌਪਿਕ ਹੈ ਫਸਲ ਉਤਪਾਦਨ ਸੰਬੰਧੀ ਮੁੱਖ ਖੇਤੀ ਪੱਧਤੀਆਂ ਯਾਨੀ ਕਿ ਬੇਸਿਕ ਪ੍ਰੈਕਟਿਸਿਸ ਆਫ ਕ੍ਰੌਪ ਪ੍ਰੋਡਕਸ਼ਨ। ਪਿਆਰੇ ਬੱਚਿਓ, ਆਪਾਂ ਇਸ ਦੇ ਵਿੱਚ ਇਹ ਪੜ੍ਹਨ ਜਾ ਰਹੇ ਹਾਂ ਕਿ ਫਸਲ ਨੂੰ ਉਗਾਉਣ ਨਾਲ ਜੋ ਵੀ ਸੰਬੰਧਿਤ ਅਰੇਂਜਮੈਂਟਸ ਹਨ ਉਹ ਕੀ ਹਨ। ਮਤਲਬ ਆਪਾਂ ਨੂੰ ਸ਼ੁਰੂ ਤੋਂ ਲੈ ਕੇ ਆਪਾਂ ਕਹਿ ਦਈਏ ਐਂਡ ਤੱਕ ਜੋ ਵੀ ਕੰਮ ਕਰਨਾ ਪੈਂਦਾ, ਜੋ ਵੀ ਅਰੇਂਜਮੈਂਟਸ ਕਰਨੇ ਪੈਂਦੇ ਹਨ ਉਹਨਾਂ ਨੂੰ ਬੇਸਿਕ ਪ੍ਰੈਕਟਿਸਿਸ ਕਹਿੰਦੇ ਹਾਂ। ਹੁਣ ਆਪਾਂ ਕੀ ਕਰਕੇ ਜਾਣਦੇ ਹਾਂ ਕਿ ਆਪਾਂ ਨੇ ਇਸ ਦੇ ਵਿੱਚ ਕੀ ਪੜ੍ਹਨਾ ਹੈ। ਤਾਂ ਪਿਆਰੇ ਬੱਚਿਓ, ਤੁਹਾਨੂੰ ਇਸ ਦੇ ਵਿੱਚ ਪੜ੍ਹਾਇਆ ਜਾਵੇਗਾ ਕਿ ਖੇਤ ਜਾਂ ਭੂਮੀ ਦੀ ਤਿਆਰੀ। ਸਭ ਤੋਂ ਪਹਿਲਾਂ ਆਪਾਂ ਨੂੰ ਖੇਤ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਹੈ, ਪ੍ਰੈਪਰੇਸ਼ਨ ਆਫ ਸੋਇਲ ਔਰ ਫੀਲਡ। ਦੂਸਰਾ ਬੀਜ ਬੀਜਣਾ, ਸੋਇੰਗ ਕਿਵੇਂ ਕੀਤੀ ਜਾਂਦੀ ਹੈ। ਤੀਸਰਾ ਖੇਤਾਂ ਵਿੱਚ ਖਾਦ ਪਾਈ ਜਾਂਦੀ ਹੈ, ਖਾਦ ਪਾਉਣਾ ਯਾਨੀ ਕਿ ਐਡਿੰਗ ਮੈਨਿਓਰ ਐਂਡ ਫਰਟੀਲਾਈਜ਼ਰਸ। ਚੌਥਾ ਸਿੰਚਾਈ ਇਰੀਗੇਸ਼ਨ ਇਹ ਕਿਵੇਂ ਕੀਤੀ ਜਾਂਦੀ ਹੈ। ਪੰਜਵਾਂ ਗੋਡੀ ਕਰਨਾ ਯਾਨੀ ਵੀਡਿੰਗ। ਛੇਵਾਂ ਹੈ ਵਾਢੀ ਯਾਨੀ ਜਦੋਂ ਫਸਲ ਪੱਕ ਚੁੱਕੀ ਹੁੰਦੀ ਹੈ, ਹਾਰਵੈਸਟਿੰਗ, ਉਸ ਨੂੰ ਕਿਵੇਂ ਕੱਟਿਆ ਜਾਂਦਾ ਹੈ। ਤੇ ਲਾਸਟ ਆਪਾਂ ਪੜਾਂਗੇ ਭੰਡਾਰਨ ਯਾਨੀ ਕਿ ਸਟੋਰੇਜ, ਜੋ ਆਪਣੀ ਬੀਜ ਹੈ, ਜੋ ਆਪਣੇ ਦਾਣੇ ਜਾਂ ਖੇਤ ਤੋਂ ਜੋ ਉਪਜ ਆਪਾਂ ਪ੍ਰਾਪਤ ਹੋਣ ਕਿਵੇਂ ਸਟੋਰ ਕਰਕੇ ਰੱਖਿਆ ਜਾਂਦਾ ਹੈ। ਆਓ ਪਿਆਰੇ ਬੱਚਿਓ, ਹੁਣ ਆਪਾਂ ਕੀ ਕਰਕੇ ਇਹਨਾਂ ਸਾਰਿਆਂ ਦੀ ਝਾਤੀ ਮਾਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਨ ਜਾ ਰਹੇ ਹਾਂ ਖੇਤਾਂ ਵਿੱਚ ਜਾਂ ਭੂਮੀ ਦੀ ਤਿਆਰੀ, ਪ੍ਰੈਪਰੇਸ਼ਨ ਆਫ ਸੋਇਲ ਔਰ ਫੀਲਡ। ਪਿਆਰੇ ਬੱਚਿਓ, ਖੇਤਾਂ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ ਫਸਲ ਉਗਾਉਣ ਲਈ, ਪਹਿਲਾਂ ਆਪਾਂ ਉਹ ਜਾਣਨ ਜਾ ਰਹੇ ਹਾਂ। ਤਾਂ ਤੁਸੀਂ ਇਸ ਚਿੱਤਰ ਵਿੱਚ ਦੇਖ ਰਹੇ ਹੋ ਕਿ ਤੁਹਾਡੇ ਸਾਹਮਣੇ ਇੱਕ ਔਜ਼ਾਰ ਦਿਖਾਇਆ ਗਿਆ ਹੈ ਜਿਸ ਢੰਗ ਰਾਹੀਂ ਪਹਿਲਾਂ ਜੋ ਖੇਤੀ ਕੀਤੀ ਜਾਂਦੀ ਸੀ ਇਹ ਔਜ਼ਾਰ, ਇਸ ਨੂੰ ਹਲ ਕਿਹਾ ਜਾਂਦਾ ਹੈ। ਤਾਂ ਪਿਆਰੇ ਬੱਚਿਓ, ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਦੇ ਇੱਕ ਪਾਸੇ ਇੱਕ ਲੋਹੇ ਦਾ ਸਿਰਾ ਲੱਗਿਆ ਹੋਇਆ ਹੈ ਜਿਸ ਨੂੰ ਆਪਾਂ ਪਲੋਸ਼ੇਅਰ ਕਹਿੰਦੇ ਹਾਂ ਤੇ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਫਾਲਾ ਕਹਿੰਦੇ ਹਾਂ। ਦੂਸਰੇ ਪਾਸੇ ਇਸ ਦੇ ਆਹ ਸਾਈਡ ਜੋ ਹੈ ਇਸ ਨੂੰ ਹੈਂਡਲ ਜਾਂ ਹੱਥੀ ਕਹਿੰਦੇ ਹਾਂ। ਪਿਆਰੇ ਬੱਚਿਓ, ਕਿਸਾਨ ਤੁਸੀਂ ਦੇਖ ਰਹੇ ਹੋ ਕਿ ਜੋ ਇੱਥੇ ਹੈ ਇਹ ਮਿੱਟੀ ਦੇ ਅੰਦਰ ਜੋ ਧਸਿਆ ਹੋਇਆ ਹੈ ਇਹ ਫਾਲਾ ਹੁੰਦਾ ਹੈ। ਇਸ ਦੀ ਦੂਜੀ ਸਾਈਡ ਤੇ ਕਿਸਾਨ ਜਿੱਥੋਂ ਇਸ ਨੂੰ ਫੜਦਾ ਹੈ ਉਸ ਨੂੰ ਹੈਂਡਲ ਕਹਿੰਦੇ ਹਨ।
ਤੇ ਇਸ ਦਾ ਇੱਕ ਮੁੱਖ ਹਿੱਸਾ ਹੁੰਦਾ ਹੈ ਜੋ ਤੁਸੀਂ ਆਹ ਦੇਖ ਰਹੇ ਹੋ, ਜਿਸ ਨੂੰ ਪਲੋ ਸ਼ਾਫਟ ਜਾਂ ਪੰਜਾਬੀ ਦੇ ਵਿੱਚ ਪੰਜਾਲੀ ਕਿਹਾ ਜਾਂਦਾ ਹੈ। ਇਹ ਇੱਧਰ ਤੁਸੀਂ ਦੇਖ ਸਕਦੇ ਹੋ, ਆਹ ਪੰਜਾਲੀ ਹੈ ਤੇ ਇਸ ਦੇ ਅੱਗੇ ਜੋ ਬਲਦਾਂ ਦੇ ਜੋ ਆਪਾਂ ਪਸ਼ੂ ਦੇਖ ਰਹੇ ਹਾਂ, ਇਹਨਾਂ ਦੇ ਉੱਪਰ ਗਰਦਨ ਦੇ ਉੱਪਰ ਜੋ ਰੱਖਿਆ ਹੋਇਆ ਹੈ, ਇਸ ਨੂੰ ਬੀਮ ਕਹਿੰਦੇ ਹਨ, ਜਿਸ ਦੀ ਸਹਾਇਤਾ ਨਾਲ ਮਤਲਬ ਜਿਵੇਂ ਜਿਵੇਂ ਬੁੱਲ ਇਹ ਜੋ ਆਪਣੇ ਬੁੱਲਸ ਹਨ ਇਹ ਅੱਗੇ ਵੱਧਦੇ ਹਨ ਤਾਂ ਇਹ ਬੀਮ ਨੂੰ ਖਿੱਚਦੇ ਹਨ, ਉਸ ਦੇ ਨਾਲ ਜੋ ਹੈ ਜੋ ਫਲ ਆ ਇਹ ਮਿੱਟੀ ਨੂੰ ਪੁੱਟਦਾ ਹੋਇਆ ਉਸ ਨੂੰ ਨਰਮ ਕਰਦਾ ਹੋਇਆ ਅੱਗੇ ਚੱਲਦਾ ਰਹਿੰਦਾ ਹੈ। ਤਾਂ ਇਹ ਸੀ ਆਪਣਾ ਬੱਚੇ ਇੱਕ ਔਜ਼ਾਰ ਹਲ। ਤੇ ਇਸੇ ਤਰ੍ਹਾਂ ਦਾ ਇੱਕ ਹੋਰ ਔਜ਼ਾਰ ਹੈ ਜਿਸ ਨੂੰ ਇੰਗਲਿਸ਼ ਵਿੱਚ ਹੋ ਕਹਿੰਦੇ ਹਨ ਤੇ ਪੰਜਾਬੀ ਦੇ ਵਿੱਚ ਇਹਨੂੰ ਕਰੰਡੀ ਕਿਹਾ ਜਾਂਦਾ ਹੈ। ਬਸ ਇਸ ਦੇ ਵਿੱਚ ਇਹਨਾਂ ਦੋਵਾਂ ਔਜ਼ਾਰਾਂ ਵਿੱਚ ਸਿਰਫ ਇਹੀ ਫਰਕ ਹੈ ਕਿ ਇਸ ਦੇ ਅੱਗੇ ਜੋ ਹੈ ਇੱਕ ਮੁੜੀ ਹੋਈ ਲੋਹੇ ਦੀ ਪਲੇਟ ਹੈ, ਇਹ ਸ਼ਾਰਪ ਸੀ, ਤਿੱਖੀ ਸੀ, ਇਹ ਮੁੜੀ ਹੋਈ ਹੈ, ਇੱਕ ਬਲੇਡ ਦੀ ਤਰ੍ਹਾਂ ਕੰਮ ਕਰਦੀ ਹੈ। ਬੱਚੋ ਇਹ ਜੋ ਤੁਸੀਂ ਔਜ਼ਾਰ ਦੇਖ ਰਹੇ ਹੋ ਇਹ ਟ੍ਰੈਡੀਸ਼ਨਲ ਜੋ ਪਹਿਲਾਂ ਕੰਮ ਵਿੱਚ ਲਿਆਤੇ ਜਾਂਦੇ ਸੀ, ਪਰ ਅੱਜ ਕੱਲ੍ਹ ਜੋ ਮਿੱਟੀ ਨੂੰ ਭੂਮੀ ਨੂੰ ਤਿਆਰ ਕਰਨ ਦਾ ਜੋ ਔਜ਼ਾਰ ਹੈ ਜੋ ਚੱਲ ਰਿਹਾ ਹੈ ਉਹ ਤੁਹਾਡੇ ਸਾਹਮਣੇ ਹੈ, ਜਿਸ ਨੂੰ ਆਪਾਂ ਕਰਾਹ ਕਹਿੰਦੇ ਹਾਂ ਜਾਂ ਕਲਟੀਵੇਟਰ ਵੀ ਕਹਿੰਦੇ ਹਾਂ। ਇਹ ਤੁਹਾਡੇ ਸਾਹਮਣੇ ਹੈ ਬੱਚੋ। ਇਹ ਟਰੈਕਟਰ ਦੇ ਨਾਲ ਬੰਨ੍ਹ ਕੇ ਮਿੱਟੀ ਨੂੰ ਇਸ ਦੇ ਵਿੱਚੋਂ ਤਿਆਰ ਕੀਤਾ ਜਾਂਦਾ ਹੈ, ਮਿੱਟੀ ਨੂੰ ਨਰਮ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਆਪਣਾ ਸਮਾਂ ਤੇ ਆਪਣਾ ਖਰਚ ਦੋਨੋਂ ਹੀ ਬਚਤ ਹੁੰਦੀ ਹੈ। ਤਾਂ ਇਹ ਬੱਚੋ ਪਹਿਲਾ ਸਟੈਪ, ਮਿੱਟੀ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ, ਕਿਉਂ ਨਰਮ ਕੀਤਾ ਜਾਂਦਾ ਹੈ। ਮਿੱਟੀ ਨੂੰ ਇਸ ਲਈ ਨਰਮ ਕੀਤਾ ਜਾਂਦਾ ਹੈ ਤਾਂ ਜੋ ਜਦੋਂ ਆਪਾਂ ਉਸਦੇ ਵਿੱਚ ਬੀਜ ਪਾਵਾਂਗੇ ਉਹ ਬੀਜ ਦੀਆਂ ਜੋ ਜੜ੍ਹਾਂ ਹੋਣਗੀਆਂ ਉਹ ਬੜੇ ਆਰਾਮ ਨਾਲ ਨੀਚੇ ਤੱਕ ਧੱਸ ਸਕਦੀਆਂ ਨੇ ਤੇ ਪੌਦੇ ਨੂੰ ਵਧੀਆ ਸਪੋਰਟ ਜੋ ਹੈ ਉਹ ਮਿਲ ਸਕਦੀ ਹੈ। ਉਸ ਤੋਂ ਅਗਲਾ ਸਟੈਪ, ਦੂਸਰਾ ਸਟੈਪ ਹੁੰਦਾ ਹੈ ਬਿਜਾਈ, ਸੋਇੰਗ। ਬਿਜਾਈ ਕਿਸ ਨੂੰ ਕਿਹਾ ਜਾਂਦਾ ਹੈ ਬੱਚਿਓ? ਬਿਜਾਈ ਕਿਹਾ ਜਾਂਦਾ ਹੈ ਬੀਜ ਬੀਜਣ ਨੂੰ। ਜਦੋਂ ਆਪਣਾ ਖੇਤ ਆਪਾਂ ਤਿਆਰ ਕਰ ਲੈਂਦੇ ਹਾਂ, ਹੁਣ ਆਪਣਾ ਅਗਲਾ ਸਟੈਪ ਜੋ ਹੁੰਦਾ ਹੈ ਉਹ ਹੁੰਦਾ ਹੈ ਕਿ ਖੇਤ ਦੇ ਵਿੱਚ ਬੀਜ ਨੂੰ ਬੀਜਣਾ। ਤਾਂ ਆਪਾਂ ਇੱਕ ਵਧੀਆ ਕਿਸਮ ਦੇ ਜੋ ਬੀਜ ਹੁੰਦੇ ਹਨ ਉਹ ਖੇਤਾਂ ਵਿੱਚ ਲਿਆ ਕੇ ਬੀਜਦੇ ਹਾਂ। ਉਸ ਨੂੰ ਬੀਜਣ ਦੇ ਲਈ ਵੀ ਦੋ ਔਜ਼ਾਰ ਨੇ। ਇੱਕ ਤਾਂ ਹੈ ਪਰੰਪਰਾਗਤ ਔਜ਼ਾਰ ਜੋ ਆਮ ਪ੍ਰਚਲਿਤ ਹੁੰਦੇ ਹਨ, ਜਿਨ੍ਹਾਂ ਦਾ ਪਹਿਲਾਂ ਉਪਯੋਗ ਕੀਤਾ ਜਾਂਦਾ ਸੀ। ਦੂਸਰਾ ਹੈ ਬੀਜ ਡਰਿਲ ਔਜ਼ਾਰ, ਜਿਨ੍ਹਾਂ ਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਉਪਯੋਗ ਕੀਤਾ ਜਾ ਰਿਹਾ ਹੈ। ਪਰੰਪਰਾਗਤ ਔਜ਼ਾਰ ਵਿੱਚ ਬੱਚਿਓ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬੀਜ ਨੂੰ ਇੱਕ ਕੀਪ ਵਰਗੀ ਰਚਨਾ ਦੇ ਰਾਹੀਂ ਇੱਕ ਉਸ ਦੇ ਵਿੱਚ ਪਾਇਆ ਜਾਂਦਾ ਹੈ ਤੇ ਉਹ ਪਾਈਪ ਦੇ ਵਿੱਚੋਂ ਦੀ ਹੁੰਦਾ ਹੋਇਆ ਮਿੱਟੀ ਦੇ ਅੰਦਰ ਚਲਾ ਜਾਂਦਾ ਹੈ। ਇਹ ਉਹ ਮੈਥਡ ਹੈ ਬੱਚੋ ਜੋ ਪਹਿਲਾਂ ਇਸਤੇਮਾਲ ਕੀਤਾ ਜਾਂਦਾ ਸੀਗਾ, ਜਿਸ ਦੇ ਵਿੱਚ ਸਮਾਂ ਜੋ ਹੈ ਉਹ ਜ਼ਿਆਦਾ ਖਰਚ ਹੁੰਦਾ ਹੈ। ਪਰ ਜੋ ਅੱਜ ਕੱਲ੍ਹ ਦਾ ਔਜ਼ਾਰ ਹੈ ਇਹ ਤੁਹਾਡੇ ਸਾਹਮਣੇ ਹੈ, ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਬੀਜ ਜਦੋਂ ਪਾਇਆ ਜਾਂਦਾ ਹੈ, ਤੁਸੀਂ ਦੇਖ ਰਹੇ ਹੋ ਕਿ ਇਸ ਦੇ ਵਿੱਚ ਇੱਥੇ ਸਾਰੇ ਹੈ ਜੋ ਬੀਜ ਪਾਏ ਜਾਂਦੇ ਹਨ ਤੇ ਇਸ ਪਾਈਪਾਂ ਰਾਹੀਂ ਹੁੰਦੇ ਹੋਏ ਨੁਕੀਲੇ ਰਸਤੇ 'ਚ ਹੁੰਦੇ ਹੋਏ ਬੀਜ ਜ਼ਮੀਨ ਦੇ ਵਿੱਚ ਚਲੇ ਜਾਂਦੇ ਹਨ। ਇਸ ਔਜ਼ਾਰ ਦੇ ਰਾਹੀਂ ਇਹ ਫਾਇਦਾ ਹੁੰਦਾ ਹੈ ਕਿ ਇੱਕ ਤਾਂ ਜੋ ਬੀਜ ਹੈ ਉਹ ਸਹੀ ਗਹਿਰਾਈ ਤੱਕ ਚਲਾ ਜਾਂਦਾ ਹੈ ਤੇ ਇੱਕ ਉਹ ਸਹੀ ਜੋ ਬੀਜਾਂ ਦੇ ਵਿੱਚ ਗੈਪ ਹੋਣਾ ਚਾਹੀਦਾ ਹੈ ਉਹਨੂੰ ਵੀ ਸਹੀ ਰੱਖਦਾ ਹੈ। ਤਾਂ ਇਹ ਸੀ ਬੱਚੋ ਆਪਣਾ ਦੂਸਰਾ ਸਟੈਪ ਕਿ ਬਿਜਾਈ ਕਿਵੇਂ ਕੀਤੀ ਜਾਂਦੀ ਹੈ। ਆਓ ਅੱਗੇ ਵਧੀਏ। ਅਗਲਾ ਸਟੈਪ ਹੈ ਖਾਦ ਪਾਉਣਾ, ਐਡਿੰਗ ਮੈਨਿਓਰ ਐਂਡ ਫਰਟੀਲਾਈਜ਼ਰ। ਪਿਆਰੇ ਬੱਚੋ, ਆਪਾਂ ਆਪਣੇ ਖੇਤਾਂ ਦੇ ਵਿੱਚ ਆਪਣੀ ਫਸਲ ਨੂੰ ਖਾਦ ਕਿਉਂ ਪਾਉਂਦੇ ਹਾਂ? ਜੋ ਖਾਦ ਆਪਾਂ ਪਾਉਂਦੇ ਹਾਂ ਉਹ ਕਿਹੜੀ ਹੁੰਦੀ ਹੈ? ਇੱਕ ਉਹ ਹੁੰਦੀ ਹੈ ਰੂੜੀ ਖਾਦ ਤੇ ਦੂਸਰੀ ਹੈ ਰਸਾਇਣਿਕ ਖਾਦ। ਪਿਆਰੇ ਬੱਚੋ, ਇਹ ਖਾਦ ਕਿਉਂ ਪਾਣੀ ਜ਼ਰੂਰੀ ਹੈ? ਆਪਾਂ ਦੇਖਦੇ ਹਾਂ ਕਿ ਕਿਸਾਨ ਇੱਕ ਆਪਣੇ ਖੇਤ ਦੇ ਵਿੱਚ ਬਾਰ-ਬਾਰ ਕਈ ਵਾਰ ਹੁੰਦਾ ਹੈ ਕਿ ਉਹ ਫਸਲ ਬੀਜਦਾ ਰਹਿੰਦਾ ਹੈ, ਉਹ ਕਦੇ ਵੀ ਉਸ ਨੂੰ ਖਾਲੀ ਨਹੀਂ ਛੱਡਦਾ। ਤਾਂ ਉਸ ਨਾਲ ਆਪਣੇ ਖੇਤ ਵਿੱਚ ਜਦੋਂ ਫਸਲ ਬੀਜੀ ਜਾਂਦੀ ਹੈ ਤਾਂ ਉਹ ਫਸਲ ਭੂਮੀ ਵਿਚਲੇ ਜੋ ਪੋਸ਼ਕ ਤੱਤ ਹਨ ਉਹਨਾਂ ਨੂੰ ਖਤਮ ਕਰ ਦਿੰਦੀ ਹੈ। ਜੇ ਹੁਣ ਦੁਬਾਰਾ ਆਪਾਂ ਉੱਥੇ ਫਸਲ ਬੀਜਾਂਗੇ ਤੇ ਉਸ ਨੂੰ ਉਨੇ ਪੋਸ਼ਕ ਤੱਤ ਨਹੀਂ ਮਿਲ ਸਕਣੇ ਜਿੰਨੇ ਉਸ ਨੂੰ ਉੱਗਣ ਵਾਸਤੇ ਚਾਹੀਦੇ ਹਨ, ਉਸ ਦੇ ਵਾਧੇ ਦੇ ਲਈ ਚਾਹੀਦੇ ਹਨ। ਇਸ ਲਈ ਪਿਆਰੇ ਬੱਚੋ, ਆਪਾਂ ਨੂੰ ਆਪਣੇ ਖੇਤ ਦੇ ਵਿੱਚ ਖਾਦ ਪਾਣੀ ਬੜੀ ਜ਼ਰੂਰੀ ਹੈ। ਉਹ ਰੂੜੀ ਖਾਦ ਵੀ ਹੋ ਸਕਦੀ ਹੈ, ਰਸਾਇਣਿਕ ਖਾਦ ਵੀ ਹੋ ਸਕਦੀ ਹੈ। ਰੂੜੀ ਖਾਦ ਜੋ ਹੁੰਦੀ ਹੈ ਜਿਵੇਂ ਆਪਾਂ ਕਹਿ ਲਈਏ ਜਿਵੇਂ ਆਪਣੇ ਘਰਾਂ ਵਿੱਚ ਪਸ਼ੂ ਪਾਲੇ ਉਹਨਾਂ ਦੇ ਗੋਬਰ ਤੋਂ ਬਣਦੀ ਹੈ, ਜਾਂ ਆਪਾਂ ਘਰਾਂ ਵਿੱਚ ਖਾਦੇ ਹੋਏ ਸਬਜ਼ੀਆਂ ਦੇ ਛਿਲਕੇ ਜਾਂ ਫਰੂਟਸ ਦੇ ਛਿਲਕੇ ਉਹ ਵੀ ਆਪਾਂ ਰੂੜੀਆਂ ਵਗੈਰਾ ਛਿੜਕ ਦਿੰਦੇ ਹਨ, ਤਾਂ ਉਹ ਸਾਰੀ ਮਿਲ ਕੇ ਰੂੜੀ ਖਾਦ ਬਣ ਜਾਂਦੀ ਹੈ। ਤੇ ਜੋ ਰਸਾਇਣਿਕ ਖਾਦ ਹੁੰਦੀ ਹੈ ਉਹ ਫੈਕਟਰੀਆਂ ਵਿੱਚ ਤਿਆਰ ਕੀਤੀ ਜਾਂਦੀ ਹੈ। ਜਦੋਂ ਆਪਣੇ ਖੇਤਾਂ ਵਿੱਚ ਕਿਸੇ ਸਪੈਸ਼ਲ ਤੱਤ ਦੀ ਘਾਟ ਹੋ ਜਾਂਦੀ ਹੈ ਤਾਂ ਰਸਾਇਣਿਕ ਖਾਦ ਪਾ ਕੇ ਉਸ ਤੱਤ ਦੀ ਪੂਰਤੀ ਕੀਤੀ ਜਾਂਦੀ ਹੈ। ਖਾਦ ਪਾਉਣ ਤੋਂ ਬਾਅਦ ਬੱਚੇ ਆਪਣਾ ਅਗਲਾ ਸਟੈਪ ਹੈ ਸਿੰਚਾਈ ਯਾਨੀ ਇਰੀਗੇਸ਼ਨ। ਸਿੰਚਾਈ ਕੀ ਹੁੰਦੀ ਹੈ?
ਪੌਦਿਆਂ ਨੂੰ ਪਾਣੀ ਦੇਣਾ ਹੀ ਸਿੰਚਾਈ ਕਹਿਲਾਉਂਦਾ ਹੈ, ਯਾਨੀ ਇਰੀਗੇਸ਼ਨ ਕਹਿਲਾਉਂਦਾ ਹੈ। ਪਿਆਰੇ ਬੱਚਿਓ, ਪੌਦਿਆਂ ਨੂੰ ਪਾਣੀ ਦੇਣਾ ਕਿਉਂ ਜ਼ਰੂਰੀ ਹੈ? ਹੁਣੀ ਆਪਾਂ ਪੜ੍ਹਿਆ ਸੀ ਪਿੱਛੇ ਕਿ ਪੌਦਿਆਂ ਨੂੰ ਆਪਾਂ ਖਾਦ ਪਾਉਂਦੇ ਹਾਂ। ਜਦੋਂ ਖੇਤਾਂ ਦੇ ਵਿੱਚ ਖਾਦ ਪਾਈ ਜਾਂਦੀ ਹੈ, ਉਹ ਪੌਦੇ ਦੇ ਅੰਦਰ ਕਿਸ ਤਰ੍ਹਾਂ ਪਹੁੰਚਦੀ ਹੈ? ਤਾਂ ਪਿਆਰੇ ਬੱਚਿਓ, ਜਦੋਂ ਆਪਾਂ ਪੌਦੇ ਨੂੰ, ਫਸਲ ਨੂੰ ਪਾਣੀ ਦਿੰਦੇ ਹਾਂ ਤਾਂ ਉਹ ਪਾਣੀ ਪੌਦੇ ਦੇ ਜੜ੍ਹਾਂ ਰਾਹੀਂ ਪੌਦੇ ਦੇ ਅੰਦਰ ਜਾਂਦਾ ਹੈ। ਤੇ ਜਦੋਂ ਜਿਵੇਂ ਹੀ ਆਪਾਂ ਪੌਦਿਆਂ ਨੂੰ ਪਾਣੀ ਦਿੰਦੇ ਹਾਂ ਤਾਂ ਜੋ ਖਾਦ ਆਪਾਂ ਖੇਤ ਵਿੱਚ ਪਾਈ ਸੀ, ਉਹ ਖਾਦ ਵੀ, ਉਹ ਰਸਾਇਣਿਕ ਖਾਦ ਹੋਵੇ, ਰੂੜੀ ਖਾਦ ਹੋਵੇ, ਉਹਦੇ ਵਿੱਚ ਜਿਹੜੇ ਪੌਸ਼ਟਿਕ ਤੱਤ ਹਨ ਉਹ ਪਾਣੀ ਵਿੱਚ ਘੁਲ ਕੇ ਪੌਦੇ ਦੇ ਜੜ੍ਹਾਂ ਰਾਹੀਂ ਪੌਦੇ ਦੇ ਅੰਦਰ ਚਲੇ ਜਾਂਦੇ ਹਨ। ਇਸ ਤਰ੍ਹਾਂ ਪੌਦੇ ਦਾ ਵਾਧਾ ਹੁੰਦਾ ਹੈ। ਤਾਂ ਪਾਣੀ ਆਪਾਂ ਨੂੰ ਸਮੇਂ-ਸਮੇਂ ਤੇ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਸਿੰਚਾਈ ਦੇ ਸੋਮੇ, ਸੋਰਸਿਸ ਆਫ ਇਰੀਗੇਸ਼ਨ। ਪਿਆਰੇ ਬੱਚਿਓ, ਖੇਤਾਂ ਦੇ ਵਿੱਚ ਸਿੰਚਾਈ ਜੋ ਆਪਾਂ ਸਿੰਚਾਈ ਕਰਦੇ ਹਾਂ, ਯਾਨੀ ਆਪਾਂ ਪੌਦਿਆਂ ਨੂੰ ਜਾਂ ਫਸਲ ਨੂੰ ਆਪਾਂ ਪਾਣੀ ਦਿੰਦੇ ਹਾਂ, ਤਾਂ ਉਹਨਾਂ ਦੇ ਸੋਰਸਿਸ ਕੀ ਹਨ, ਕਿੱਥੋਂ ਪਾਣੀ ਕਿਵੇਂ ਲਿਆ ਜਾਂਦਾ ਹੈ? ਤਾਂ ਉਹ ਤੁਹਾਡੇ ਸਾਹਮਣੇ ਹੈ। ਤਾਂ ਉਹ ਹੈ ਖੂਹ, ਟਿਊਬਵੈਲ, ਛੱਪੜ, ਝੀਲਾਂ, ਦਰਿਆ, ਬੰਨ ਅਤੇ ਨਹਿਰਾਂ। ਇਸ ਨੂੰ ਇੰਗਲਿਸ਼ ਵੀ ਤੁਸੀਂ ਪੜ੍ਹ ਸਕਦੇ ਹੋ, ਵੈਲਸ, ਟਿਊਬਵੈਲਸ, ਪੌਂਡਸ, ਲੇਕਸ, ਰਿਵਰਸ, ਡੈਮਸ ਐਂਡ ਕੈਨਾਲ। ਤਾਂ ਪਿਆਰੇ ਬੱਚਿਓ, ਇਹ ਸਿੰਚਾਈ ਦੇ ਸੋਮੇ ਹਨ, ਯਾਨੀ ਸੋਰਸਿਸ ਆਫ ਇਰੀਗੇਸ਼ਨ, ਜਿਨ੍ਹਾਂ ਤੋਂ ਆਪਾਂ ਪਾਣੀ ਲੈਂਦੇ ਹਾਂ। ਪਰ ਪਿਆਰੇ ਬੱਚਿਓ, ਇਹਨਾਂ ਤੋਂ ਪਾਣੀ ਆਪਣੇ ਖੇਤ ਤੱਕ ਕਿਸ ਢੰਗ ਰਾਹੀਂ ਪਹੁੰਚਾਇਆ ਜਾਂਦਾ ਹੈ? ਤਾਂ ਆਪਾਂ ਉਹ ਵੀ ਪੜ੍ਹਦੇ ਹਾਂ। ਮੈਥਡਸ ਆਫ ਇਰੀਗੇਸ਼ਨ, ਯਾਨੀ ਸਿੰਚਾਈ ਕਿਸ ਢੰਗ ਨਾਲ ਕੀਤੀ ਜਾਂਦੀ ਹੈ? ਤਾਂ ਇਹ ਹੈ ਤੁਹਾਡੇ ਕੋਲ ਪਹਿਲਾ ਢੰਗ ਰਵਾਇਤੀ, ਟ੍ਰੈਡੀਸ਼ਨਲ, ਜੋ ਪਹਿਲਾਂ ਚੱਲਦਾ ਸੀ, ਆਮ ਪ੍ਰਚਲਿਤ ਸੀਗਾ, ਜਿਸ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਤੁਹਾਡੀ ਸਕਰੀਨ ਤੇ, ਘਿਰਨੀ ਪ੍ਰਣਾਲੀ ਯਾਨੀ ਪੁਲੀ ਸਿਸਟਮ, ਚੇਨ ਪੰਪ, ਟੇਕਲੀ ਦੁਆਰਾ ਜਾਂ ਹਲ ਲੀਵਰ ਸਿਸਟਮ। ਇਹ ਅੱਗੇ ਤੁਸੀਂ ਦੇਖ ਸਕਦੇ ਹੋ ਬੱਚਿਓ, ਆਹ ਢੰਗ ਹਨ ਜਿਨ੍ਹਾਂ ਰਾਹੀਂ ਰਵਾਇਤੀ ਢੰਗ ਸੀ ਜੋ ਪਹਿਲਾਂ ਪ੍ਰਚਲਿਤ ਸੀ, ਜਿਨ੍ਹਾਂ ਰਾਹੀਂ ਇਹ ਪਾਣੀ ਹੈ ਜੋ ਆਪਣੇ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਪਰ ਬੱਚਿਓ, ਅੱਜ ਕੱਲ੍ਹ ਜੋ ਹੈ ਉਹ ਹੈ ਆਧੁਨਿਕ ਯਾਨੀ ਮਾਡਰਨ ਮੈਥਡ, ਜਿਸ ਦੇ ਵਿੱਚ ਆਉਂਦੇ ਹਨ ਫੁਹਾਰਾ ਪ੍ਰਣਾਲੀ ਯਾਨੀ ਸਪ੍ਰਿੰਕਲਰ ਸਿਸਟਮ, ਤੁਪਕਾ ਪ੍ਰਣਾਲੀ, ਡ੍ਰਿਪ ਸਿਸਟਮ। ਇਹਨਾਂ ਦੇ ਵਿੱਚ ਕੀ ਹੁੰਦਾ ਹੈ ਪਿਆਰੇ ਬੱਚਿਓ, ਇਹ ਤੁਸੀਂ ਡਾਇਗਰਾਮ ਤੋਂ ਦੇਖ ਸਕਦੇ ਹੋ, ਮੈਂ ਤੁਹਾਨੂੰ ਸਮਝਾਣਾ। ਤਾਂ ਆਹ ਤੁਸੀਂ ਜੋ ਦੇਖ ਰਹੇ ਹੋ ਇਹ ਹੈ ਫੁਹਾਰਾ ਪ੍ਰਣਾਲੀ। ਇਸ ਦੇ ਵਿੱਚ ਕੀ ਹੁੰਦਾ ਹੈ ਬੇਟਾ ਕਿ ਇੱਕ ਪੰਪ ਦੇ ਰਾਹੀਂ ਪਾਣੀ ਨੂੰ ਕੋਈ ਵੀ ਸੋਰਸ ਹੋਵੇ ਉਸ ਤੋਂ ਖਿੱਚਿਆ ਜਾਂਦਾ ਹੈ ਤੇ ਪ੍ਰੈਸ਼ਰ ਦੇ ਨਾਲ ਪਾਈਪ ਦੇ ਰਾਹੀਂ ਅੱਗੇ ਭੇਜਿਆ ਜਾਂਦਾ ਹੈ। ਇਹ ਪਾਈਪ ਅੱਗੇ ਜਾ ਕੇ ਸਾਰੇ ਖੇਤ ਦੇ ਵਿੱਚ ਵਿਛਾ ਦਿੱਤੀ ਜਾਂਦੀ ਹੈ ਤੇ ਕਿਤੇ ਕਿਤੇ ਉਸਦੇ ਐਂਡ ਤੇ, ਜਿਵੇਂ ਆ ਤੁਸੀਂ ਦੇਖ ਰਹੇ ਹੋ, ਇੱਕ ਰੋਟੇਟਿੰਗ ਨੋਜ਼ਲ, ਇੱਕ ਉਹਦਾ ਅਗਲਾ ਜੋ ਹਿੱਸਾ ਹੁੰਦਾ ਹੈ ਉਹ ਛੱਡਿਆ ਹੋਇਆ ਹੁੰਦਾ ਹੈ ਜੋ ਜ਼ਮੀਨ ਤੋਂ ਬਾਹਰ ਹੁੰਦਾ ਹੈ। ਜਿਵੇਂ ਹੀ ਪ੍ਰੈਸ਼ਰ ਨਾਲ ਪਾਣੀ ਬਾਹਰ ਆਉਂਦਾ ਹੈ ਤਾਂ ਇਹ ਜੋ ਰੋਟੇਟਿੰਗ ਨੋਜ਼ਲ ਹੈ ਇਹ ਘੁੰਮਣਾ ਸ਼ੁਰੂ ਕਰ ਦਿੰਦੀ ਹੈ, ਤਾਂ ਪਾਣੀ ਪੌਦਿਆਂ ਦੇ ਉੱਪਰ ਗਿਰਨਾ ਸ਼ੁਰੂ ਹੋ ਜਾਂਦਾ ਹੈ ਜਾਂ ਫਸਲ ਨੂੰ ਮਿਲਣਾ ਸ਼ੁਰੂ ਹੁੰਦਾ ਹੈ। ਜਿਵੇਂ ਕਿ ਵਰਖਾ ਹੋ ਰਹੀ ਹੁੰਦੀ ਹੈ, ਇਸ ਤਰੀਕੇ ਨਾਲ ਇਹ ਪਾਣੀ ਹੈ ਜੋ ਪੌਦਿਆਂ ਦੇ ਉੱਪਰ ਪੈਂਦਾ ਹੈ। ਦੂਸਰਾ ਮੈਥਡ ਹੈ ਬੱਚੇ ਤੁਪਕਾ ਪ੍ਰਣਾਲੀ। ਇਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਬਾਕੀ ਸਭ ਕੁਝ ਸੇਮ ਉਸੇ ਤਰੀਕੇ ਦਾ ਹੈ, ਪਰ ਇਸ ਦੇ ਵਿੱਚ ਨੋਜ਼ਲਸ ਨਹੀਂ ਲੱਗੀਆਂ ਹੁੰਦੀਆਂ। ਇਸ ਦੇ ਵਿੱਚ ਸਾਰੇ ਖੇਤ ਦੇ ਵਿੱਚ ਪਾਈਪਾਂ ਨੂੰ ਵਿਛਾ ਦਿੱਤਾ ਜਾਂਦਾ ਹੈ ਤੇ ਉਹਨਾਂ ਪਾਈਪਾਂ ਦੇ ਵਿੱਚ ਛੇਦ ਕਰ ਦਿੱਤੇ ਜਾਂਦੇ ਹਨ, ਤਾਂ ਉਹਨਾਂ ਛੇਦ ਦੇ ਰਾਹੀਂ ਜੋ ਪਾਣੀ ਹੈ ਤੁਪਕਾ ਕਰਕੇ ਡਾਇਰੈਕਟ ਸਿੱਧਾ ਜੜ੍ਹਾਂ ਤੱਕ ਪਹੁੰਚਦਾ ਹੈ। ਇਹ ਇੱਕ ਬਹੁਤ ਹੀ ਵਧੀਆ ਮੈਥਡ ਹੈ। ਇਸ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੋ ਜਾਂਦੀ ਹੈ। ਤਾਂ ਅੱਜ ਕੱਲ੍ਹ ਇਹ ਮੈਥਡ ਪ੍ਰਚਲਿਤ ਹਨ ਜੋ ਚੱਲ ਰਹੇ ਹਨ ਪਿਆਰੇ ਬੱਚਿਓ। ਆਓ ਹੁਣ ਆਪਾਂ ਅੱਗੇ ਦੇਖੀਏ ਸਿੰਚਾਈ ਤੋਂ ਬਾਅਦ ਕੀ ਕੀਤਾ ਜਾਂਦਾ ਹੈ। ਤਾਂ ਅੱਗੇ ਹੈ ਬੱਚੇ ਗੋਡੀ ਕਰਨਾ ਯਾਨੀ ਵੀਡਿੰਗ। ਇਹ ਕੀ ਹੁੰਦਾ ਹੈ ਪਿਆਰੇ ਬੱਚਿਓ? ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਆਪਾਂ ਆਪਣੇ ਖੇਤ ਜਾਂ ਆਪਣੀ ਜ਼ਮੀਨ ਵਿੱਚ ਜੋ ਫਸਲ ਬੀਜੀ ਹੈ ਉਸ ਦੇ ਨਾਲ ਨਾਲ ਕੁਝ ਅਜਿਹੇ ਪੌਦੇ ਉਗਾਉਂਦੇ ਹਨ ਜਿਹਨੂੰ ਆਪਾਂ ਘਾਹ ਫੂਸ ਵੀ ਕਹਿ ਸਕਦੇ ਹਾਂ, ਜਾਂ ਕੁਝ ਹੋਰ ਪੌਦੇ ਜੋ ਕਿ ਆਪਾਂ ਨੂੰ ਖੇਤ ਦੇ ਵਿੱਚ ਨਹੀਂ ਚਾਹੀਦੇ ਹੁੰਦੇ। ਤਾਂ ਉਹਨਾਂ ਪੌਦਿਆਂ ਨੂੰ ਆਪਾਂ ਕੀ ਬੋਲਦੇ ਹਾਂ ਪਿਆਰੇ ਬੱਚਿਓ? ਨਦੀਨ, ਜਾਂ ਆਪਾਂ ਕਹਿ ਸਕਦੇ ਹਾਂ ਵੀਡਸ। ਤਾਂ ਆਪਾਂ ਆਪਣੇ ਫਸਲ ਦੀ ਨਦੀਨਾਂ ਤੋਂ ਸੁਰੱਖਿਆ ਕਰਨੀ ਬਹੁਤ ਜ਼ਰੂਰੀ ਹੈ, ਯਾਨੀ ਪ੍ਰੋਟੈਕਸ਼ਨ ਫਰੋਮ ਵੀਡਸ ਪਿਆਰੇ ਬੱਚਿਓ, ਕਿਉਂਕਿ ਇਹ ਨਦੀਨ ਜੋ ਹੁੰਦੇ ਹਨ, ਆਪਾਂ ਜੋ ਆਪਣੇ ਫਸਲ ਆਪਣੇ ਪੌਦਿਆਂ ਨੂੰ ਜੋ ਆਪਾਂ ਪਾਣੀ ਜਾਂ ਪੋਸ਼ਕ ਦਾ ਦਿੰਦੇ ਹਾਂ ਉਹ ਸਾਰੇ ਇਹ ਨਦੀਨ ਹੀ ਖਿੱਚ ਕੇ ਲੈ ਜਾਂਦੇ ਹਨ। ਤਾਂ ਪਿਆਰੇ ਬੱਚਿਓ, ਇਹਨਾਂ ਨਦੀਨਾਂ ਨੂੰ ਖਤਮ ਕਰਨ ਲਈ ਆਪਾਂ ਕਿਸ ਦਾ ਇਸਤੇਮਾਲ ਕਰਦੇ ਹਾਂ? ਨਦੀਨ ਨਾਸ਼ਕ ਯਾਨੀ ਵੈਡੀਸਾਈਡ, ਜਿਵੇਂ ਕਿ ਐਗਜ਼ਾਮਪਲ ਹੈ 2,4-D। ਤੇ ਲਾਸਟ ਵਿੱਚ ਪਿਆਰੇ ਬੱਚਿਓ ਆਪਣੇ ਕੋਲ ਹੈ ਵਾਢੀ ਅਤੇ ਗਹਾਈ। ਤੇ ਜਦੋਂ ਆਪਣੀ ਪੂਰੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਫਸਲ ਨੂੰ ਕੱਟਣ ਦਾ ਟਾਈਮ ਆ ਜਾਂਦਾ ਹੈ, ਉਸ ਨੂੰ ਕਹਿੰਦੇ ਹਨ
ਹਾਰਵੈਸਟਿੰਗ